ਰਾਧਾਸਨ ਸਤਕਥਾ ਜੀ। ਪੁੱਲ ਦਾ ਕੰਮ ਮਿੱਥੇ ਸਮੇਂ ਵਿੱਚ ਪੂਰਾ ਕਰਵਾਉਣਾ। ਜੂਨ 1954 ਈਸਵੀ। ਚੰਡੀਗੜ੍ਹ ਤੋਂ ਸੰਤੋਖ ਸਿੰਘ ਤੇ ਅਨੋਖ ਸਿੰਘ ਦੋਵੇਂ ਭਰਾ ਸਤਿਗੁਰ ਸੱਚੇ ਪਿਤਾ ਜੀ ਦੇ ਸੇਵਕ ਹਨ। ਉਹਨਾਂ ਨੇ ਜਲੰਧਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਚੰਡੀਗੜ੍ਹ ਸੈਕਟਰ 8 ਦੇ ਨੇੜੇ ਇੱਕ ਪੁਲ ਬਣਨਾ ਹੈ, ਜਿਸ ਦੀ ਗੌਰਮੈਂਟ ਦੀ ਆਫਰ 3,50,000 ਰੁਪਏ ਦੀ ਹੈ। ਜੇ ਹੁਕਮ ਹੋਵੇ ਤਾਂ ਉਹ ਠੇਕਾ ਲੈ ਲਈਏ। ਹਜੂਰ ਸੱਚੇ ਪਿਤਾ ਜੀ ਨੇ ਹੁਕਮ ਦਿੱਤਾ, ਆਫਰ ਤੋਂ 15% ਘੱਟ ਤੇ ਟੈਂਡਰ ਦੇ ਦਿਓ। ਇਹਨਾਂ ਟੈਂਡਰ ਭਰ ਦਿੱਤਾ ਤੇ ਪੁੱਲ ਦਾ ਠੇਕਾ ਇਹਨਾਂ ਨੂੰ ਮਿਲ ਗਿਆ। ਸਾਰੇ ਲੋਕ ਆਖਣ ਲੱਗੇ ਕਿ ਇਹਨਾਂ ਨੂੰ ਬੜਾ ਘਾਟਾ ਪਵੇਗਾ, ਪਰ ਇਹਨਾਂ ਕੰਮ ਸ਼ੁਰੂ ਕਰ ਦਿੱਤਾ। ਜ਼ਮੀਨ ਵਿੱਚ ਪੱਥਰ ਸੀ ਤੇ ਕੰਮ ਬੜਾ ਸਖਤ ਸੀ। ਜਿਹੜੇ ਮਜ਼ਦੂਰ ਲਾਉਂਦੇ ਅਗਲੇ ਦਿਨ ਨਾ ਆਉਂਦੇ। 5 ਜਮਾਦਾਰ ਬਦਲੇ ਗਏ। ਜਮਾਦਾਰ ਦਾ ਕੰਮ ਹੁੰਦਾ ਹੈ ਕਿ ਲੋੜ ਜੋਗੇ ਮਜ਼ਦੂਰ ਲਾਉਣੇ। ਇਹ ਬੜੇ ਘਬਰਾ ਗਏ। ਸਤਿਗੁਰਾਂ ਨੂੰ ਪੱਤਰ ਲਿਖਦੇ ਰਹੇ, ਪਰ ਅੱਗੋਂ ਕੋਈ ਜਵਾਬ ਨਾ ਆਉਂਦਾ। 5ਵੀਂ ਚਿੱਠੀ ਦਾ ਜਵਾਬ ਆਇਆ, ਜਿਸ ਵਿੱਚ ਲਿਖਿਆ ਸੀ ਕਿ ਅਸੀਂ ਲਾਡਵੇ ਜਾ ਰਹੇ ਹਾਂ। ਇੱਕ ਆਦਮੀ ਉੱਥੇ ਆ ਕੇ ਸਾਰੀ ਗੱਲ ਦੱਸੇ। ਚਿੱਠੀ ਮਿਲਦਿਆਂ ਹੀ ਅਨੋਖ ਸਿੰਘ ਸਤਿਗੁਰਾਂ ਦੇ ਚਰਨਾਂ ਵਿੱਚ ਲਾਡਵੇ ਪਹੁੰਚ ਗਿਆ। ਦਰਸ਼ਨ ਕਰਕੇ ਤੇ ਮੱਥਾ ਟੇਕ ਕੇ ਜਦੋਂ ਬੈਠ ਗਿਆ ਤਾਂ ਸਤਿਗੁਰਾਂ ਪੁੱਛਿਆ, ਸੁਣਾ ਅਨੋਖ ਸਿਆਂ, ਤੁਹਾਡੇ ਕੰਮ ਦਾ ਕੀ ਹਾਲ ਹੈ? ਤਾਂ ਉਸ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਜ਼ਮੀਨ ਵਿੱਚ ਪੱਥਰ ਹੈ, ਕੰਮ ਬੜਾ ਸਖਤ ਹੈ ਤੇ ਮਜ਼ਦੂਰ ਕੰਮ ਨਹੀਂ ਕਰਦੇ। 5 ਜਮਾਦਾਰ ਬਦਲ ਚੁੱਕੇ ਹਾਂ। ਮਜ਼ਦੂਰ ਨਾ ਮਿਲਣ ਕਰਕੇ ਕੰਮ ਰੁਕਿਆ ਹੋਇਆ ਹੈ। ਅੱਗੇ ਬਰਸਾਤ ਆਉਣ ਵਾਲੀ ਹੈ। ਬਰਸਾਤ ਵਿੱਚ ਕੰਮ ਨਹੀਂ ਚੱਲੇਗਾ। ਹਕੂਮਤ ਜ਼ੋਰ ਦਿੰਦੀ ਹੈ ਕਿ ਕੰਮ ਛੇਤੀ ਖਤਮ ਕਰੋ। ਬੜੀ ਮੁਸ਼ਕਿਲ ਵਿੱਚ ਫਸ ਗਏ ਹਾਂ। ਸਤਿਗੁਰਾਂ ਫਰਮਾਇਆ, ਘਬਰਾਓ ਨਹੀਂ, ਸਭ ਠੀਕ ਹੋ ਜਾਵੇਗਾ। ਮਜ਼ਦੂਰ ਲੱਗ ਜਾਣਗੇ। ਬਹੁਤਾ ਡਰ ਤਾਂ ਤੁਹਾਨੂੰ ਬਾਰਿਸ਼ ਦਾ ਹੈ, ਸੋ ਅਸੀਂ ਬਾਰਿਸ਼ 1 ਮਹੀਨਾ ਲੇਟ ਕਰ ਦੇਵਾਂਗੇ। ਜੇ ਬਾਰਿਸ਼ ਹੋਈ ਵੀ ਤਾਂ ਪੁੱਲ ਦੇ ਇਲਾਕੇ ਤੋਂ ਦੂਰ ਹੋਵੇਗੀ, ਤੁਹਾਡਾ ਕੰਮ ਬੰਦ ਨਹੀਂ ਹੋਵੇਗਾ। ਇੰਜ ਕਰੋ, ਪੁੱਲ ਦੇ ਦੋਹੀਂ ਪਾਸੀ 2 ਨਾਲੇ ਪੁੱਟ ਦਿਓ, ਤਾਂ ਜੋ ਮੀਂਹ ਦਾ ਪਾਣੀ ਆਵੇ ਵੀ ਤਾਂ ਨਾਲਿਆਂ ਵਿੱਚ ਦੀ ਲੰਘ ਜਾਵੇ। ਅਨੋਖ ਸਿੰਘ ਨੇ ਵਾਪਸ ਜਾ ਕੇ ਹਜੂਰ ਸਤਿਗੁਰ ਜੀ ਦਾ ਹੁਕਮ ਸੁਣਾਇਆ। ਸਤਿਗੁਰਾਂ ਨੇ ਮੌਜ ਵਰਤਾਈ। ਹਕੂਮਤ ਨੇ ਆਪ ਹੀ ਨਾਲੇ ਪਟਵਾ ਦਿੱਤੇ ਤਾਂ ਜੋ ਠੇਕੇਦਾਰਾਂ ਨੂੰ ਨੁਕਸਾਨ ਨਾ ਹੋਵੇ। ਇਹਨਾਂ ਦਿਨਾਂ ਵਿੱਚ ਕੋਆਪਰੇਟਿਵ ਮਹਿਕਮੇ ਦਾ ਇੰਸਪੈਕਟਰ ਗੁਸਾਈ ਮਦਨ ਲਾਲ ਲੋਕਾਂ ਦੇ ਕਹਿਣ 'ਤੇ ਇਹਨਾਂ ਦਾ ਹਿਸਾਬ ਚੈੱਕ ਕਰਨ ਆਇਆ। ਹਿਸਾਬ ਚੈੱਕ ਕਰਨ ਪਿੱਛੋਂ ਉਸਨੇ ਕਿਹਾ, ਦੂਸਰੇ ਠੇਕੇਦਾਰ ਤੁਹਾਡੇ ਨਾਲ ਬੜੀ ਖਾਰ ਖਾਂਦੇ ਨੇ। ਆਖਦੇ ਹਨ ਕਿ ਇਹਨਾਂ ਨੂੰ ਬੜਾ ਘਾਟਾ ਪਵੇਗਾ। ਤੁਸੀਂ ਇੰਨੇ ਘਾਟੇ ਦੀ ਆਫਰ ਕਿਉਂ ਕੀਤੀ? ਸੰਤੋਖ ਸਿੰਘ ਨੇ ਕਿਹਾ, ਸਾਡੇ ਹਜੂਰ ਸਤਿਗੁਰ ਜੀ ਜਲੰਧਰ ਰਹਿੰਦੇ ਹਨ, ਉਹਨਾਂ ਦੇ ਹੁਕਮ ਨਾਲ ਅਸੀਂ ਕੰਮ ਲਿਆ ਹੈ। ਇੰਸਪੈਕਟਰ ਨੇ ਕਿਹਾ, ਬਾਰਿਸ਼ ਦੇ ਦਿਨ ਹਨ, ਮਿੱਥੀ ਤਰੀਕ ਤੱਕ ਕੰਮ ਪੂਰਾ ਨਹੀਂ ਹੋ ਸਕੇਗਾ। ਸੰਤੋਖ ਸਿੰਘ ਨੇ ਕਿਹਾ, ਬਾਰਿਸ਼ ਹੋਵੇਗੀ ਪਰ ਇਸ ਏਰੀਏ ਵਿੱਚ ਨਹੀਂ ਹੋਵੇਗੀ। ਇੰਸਪੈਕਟਰ ਨੇ ਕਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸੰਤੋਖ ਸਿੰਘ ਨੇ ਕਿਹਾ, ਐਸਾ ਹੋਵੇਗਾ ਅਤੇ ਜ਼ਰੂਰ ਹੋਵੇਗਾ। ਇਹ ਸਾਡੇ ਸਤਿਗੁਰਾਂ ਦਾ ਬਚਨ ਹੈ। ਮਦਨ ਲਾਲ ਨੇ ਕਿਹਾ, ਅੱਛਾ, ਵੇਖਾਂਗੇ। ਇੱਕ ਵਾਰ ਉਹ ਇੰਸਪੈਕਟਰ ਆਇਆ ਹੋਇਆ ਸੀ ਕਿ ਬੜੇ ਜ਼ੋਰ ਦੀ ਕਾਲੀ ਘਟਾ ਆ ਗਈ। ਇੰਸਪੈਕਟਰ ਨੇ ਕਿਹਾ, ਵੇਖੋ ਠੇਕੇਦਾਰ ਸਾਹਿਬ, ਬੱਦਲ ਆ ਗਿਆ ਹੈ। ਹੁਣ ਤੁਹਾਡੇ ਗੁਰੂ ਦੀ ਕਰਾਮਾਤ ਵੇਖਾਂਗੇ ਕਿ ਬਾਕੀ ਸ਼ਹਿਰ ਵਿੱਚ ਮੀਂਹ ਪਵੇਗਾ ਅਤੇ ਇੱਥੇ ਨਹੀਂ ਪਵੇਗਾ। ਸੰਤੋਖ ਸਿੰਘ ਨੇ ਕਿਹਾ, ਬੱਦਲ ਗਰਜੇਗਾ, ਬਿਜਲੀ ਚਮਕੇਗੀ, ਮੀਂਹ ਪਵੇਗਾ ਹੋਰ ਥਾਈਂ, ਪਰ ਇਹ ਥਾਂ ਸੁੱਕਾ ਰਹੇਗਾ ਅਤੇ ਬੱਦਲ ਫਟ ਜਾਣਗੇ। ਥੋੜ੍ਹੇ ਚਿਰ ਪਿੱਛੋਂ ਦੂਰ ਦੂਰ ਤੱਕ ਮੀਂਹ ਵਰਦਾ ਨਜ਼ਰ ਆਉਣ ਲੱਗਾ ਅਤੇ ਬੱਦਲ ਫਟ ਗਿਆ। ਪੁੱਲ ਦੇ ਏਰੀਏ ਵਿੱਚ ਮੀਂਹ ਨਾ ਪਿਆ। ਇਹ ਕੌਤਕ ਦੇਖ ਕੇ ਉਹ ਬੜਾ ਹੈਰਾਨ ਹੋਇਆ। ਅਗਲੇ ਦਿਨ ਉਸ ਇੰਸਪੈਕਟਰ ਨੇ ਦੱਸਿਆ ਕਿ ਮੇਰਾ ਘਰ 22 ਸੈਕਟਰ ਵਿੱਚ ਹੈ। ਉੱਥੇ ਕੱਲ੍ਹ 6 ਇੰਚ ਬਾਰਿਸ਼ ਹੋਈ ਹੈ। ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ 3-4 ਸੈਕਟਰ ਦੇ ਵਿਚਕਾਰ ਜਿੱਥੇ ਪੁੱਲ ਬਣ ਰਿਹਾ ਹੈ, ਤੇਰੇ ਕਹਿਣ ਮੁਤਾਬਿਕ ਮੀਂਹ ਬਿਲਕੁਲ ਨਹੀਂ ਪਿਆ। ਮੈਨੂੰ ਯਕੀਨ ਹੋ ਗਿਆ ਹੈ ਕਿ ਤੇਰਾ ਗੁਰੂ ਸਮਰੱਥ ਹੈ। ਜਦੋਂ ਤੇਰੇ ਗੁਰੂ ਇੱਥੇ ਆਉਣ, ਮੈਨੂੰ ਵੀ ਦਰਸ਼ਨ ਕਰਵਾਵੀਂ।
ਇੱਕ ਦਿਨ ਅਫਸਰ ਆਇਆ। ਉਸਨੇ ਕਿਹਾ, ਤੁਹਾਡਾ ਕੰਮ ਮਿੱਥੇ ਵਕਤ 'ਤੇ ਖਤਮ ਨਹੀਂ ਹੋਵੇਗਾ। ਤੁਸੀਂ 2 ਨੰਬਰ ਦੇ ਠੇਕੇਦਾਰ ਹੋ। ਤੁਹਾਨੂੰ ਅਸੀਂ 1 ਨੰਬਰ ਦੇ ਠੇਕੇਦਾਰ ਵਾਲੀਆਂ ਸਹੂਲਤਾਂ ਦਿੱਤੀਆਂ ਹਨ, ਪਰ ਅਸੀਂ ਤੁਹਾਨੂੰ ਬਿੱਲ ਪੇ ਨਹੀਂ ਕਰਾਂਗੇ। ਸੰਤੋਖ ਸਿੰਘ ਨੇ ਕਿਹਾ, ਪੁਲ ਬਣ ਚੁੱਕਣ 'ਤੇ ਤਾਂ ਪੇਮੈਂਟ ਕਰੋਗੇ ਕਿ ਨਹੀਂ? ਉਸ ਅਫਸਰ ਨੇ ਕਿਹਾ, ਬੜੇ ਮਗਰੂਰ ਜੇ, ਸਮਝਦੇ ਹੀ ਨਹੀਂ। ਇਹਨਾਂ ਦਿਨਾਂ ਵਿੱਚ ਇੱਕ ਓਵਰਸੀਅਰ ਆਇਆ। ਕਾਲਬ ਹੋ ਚੁੱਕਾ ਸੀ। ਉਸਨੇ ਕਿਹਾ, ਕਾਲਬ 'ਤੇ ਪਹਿਲਾਂ 1.5 ਇੰਚ ਬਜਰੀ ਪਾ ਦਿਓ। ਐਗਰੀਮੈਂਟ ਵਿੱਚ ਪਹਿਲਾਂ ਬਜਰੀ ਪਾਉਣਾ ਸ਼ਾਮਿਲ ਨਹੀਂ ਸੀ, ਪਰ ਉਸਨੇ ਜ਼ੋਰ ਨਾਲ ਬਜਰੀ ਪਵਾਈ ਅਤੇ ਕਿਹਾ, ਮੈਂ ਇਸ ਦੀ ਪੇਮੈਂਟ ਕਰਵਾ ਦੇਵਾਂਗਾ। ਜਦ ਬਜਰੀ ਪੈ ਚੁੱਕੀ ਤਾਂ ਇੱਕ ਅਫਸਰ ਆਇਆ। ਉਸਨੇ ਕਿਹਾ, ਬਜਰੀ ਕਿਉਂ ਪਾਈ ਹੈ, ਜਦਕਿ ਐਗਰੀਮੈਂਟ ਵਿੱਚ ਇਹ ਮਦ ਸ਼ਾਮਿਲ ਨਹੀਂ ਹੈ? ਉਹ ਬਹੁਤ ਨਾਰਾਜ਼ ਹੋਇਆ। ਸੰਤੋਖ ਸਿੰਘ ਨੇ ਕਿਹਾ, ਅਸੀਂ ਨਹੀਂ ਸੀ ਪਾਉਂਦੇ, ਪਰ ਓਵਰਸੀਅਰ ਨੇ ਜ਼ਬਰਦਸਤੀ ਪਵਾਈ ਹੈ। ਉਸ ਅਫਸਰ ਨੇ ਠੇਕੇਦਾਰਾਂ ਨੂੰ 3 ਮਹੀਨਿਆਂ ਵਾਸਤੇ ਬਲੈਕਲਿਸਟ ਕਰ ਦਿੱਤਾ ਅਤੇ ਓਵਰਸੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ। ਸਮੇਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਪੁਲ ਬਣ ਗਿਆ। ਜਦੋਂ ਸੰਤੋਖ ਸਿੰਘ ਤੇ ਅਨੋਖ ਸਿੰਘ ਬਿੱਲ ਲੈ ਕੇ ਦਫ਼ਤਰ ਗਏ ਤਾਂ ਕਲਰਕ ਨੇ ਚੈੱਕ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ, ਕੋਈ ਆਦਮੀ ਜਾਮਨੀ ਵਾਸਤੇ ਲਿਆਓ। ਇਹ ਦੋਵੇਂ ਭਰਾ ਉਸ ਅਫਸਰ ਪਾਸ ਗਏ ਜਿਸਨੇ ਕਿਹਾ ਸੀ, ਦਰਮਿਆਨ ਵਿੱਚ ਕੋਈ ਬਿੱਲ ਪੇ ਨਹੀਂ ਹੋਵੇਗਾ। ਉਸਨੇ ਕਲਰਕ ਨੂੰ ਬੁਲਾ ਕੇ ਕਿਹਾ, ਅਸੀਂ ਦਰਮਿਆਨ ਵਿੱਚ ਇਹਨਾਂ ਨੂੰ ਕੋਈ ਬਿੱਲ ਦੀ ਪੇਮੈਂਟ ਨਹੀਂ ਕੀਤੀ। ਹੁਣ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ। ਇਹਨਾਂ ਨੂੰ ਚੈੱਕ ਦੇ ਦਿਓ। ਅਸੀਂ ਜਾਣਦੇ ਹਾਂ ਕਿ ਇਹ ਦੋਵੇਂ ਭਰਾ ਨੇ ਤੇ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਇਹਨਾਂ ਨੂੰ ਚੈੱਕ ਮਿਲ ਗਿਆ। ਅਫਸਰ ਨੇ ਇਹਨਾਂ ਨੂੰ ਬਲੈਕਲਿਸਟ ਤੋਂ ਖਾਰਜ ਕਰ ਦਿੱਤਾ ਅਤੇ ਇਹਨਾਂ ਦੇ ਆਖਣ 'ਤੇ ਓਵਰਸੀਅਰ ਨੂੰ ਵੀ ਬਹਾਲ ਕਰ ਦਿੱਤਾ।